सतगुरु कर दीने सतगुरु कर दीने अस्थिर करबार अस्थिर करबार अस्थिर करबार अस्थिर करबार सतगुरु कर दीने सतगुरु कर दीने अस्थिर करबार अस्थिर करबार अस्थिर करबार अस्थिर करबार सतगुरु कर दीने सतगुरु कर दीने अस्थिर करबार अस्थिर करबार अस्थिर करबार अस्थिर करबार जो जो निंद करे इन ग्रहण की जो जो निंद करे इन ग्रहण की तिस आगे ही मार करता तिस आगे ही मार करता सतगुरु कर दीने सतगुरु कर दीने अस्थिर करबार अस्थिर करबार अस्थिर करबार अस्थिर करबार सतगुरु कर दीने सतगुरु कर दीने अस्थिर करबार अस्थिर करबार अस्थिर करबार अस्थिर करबार जो जो निंद करे इन ग्रहण की
वापिस आ गई मारे करता नानक दास ताकी शरणाई नानक दास ताकी शब्द अखंड अमार जाको शब्द अखंड अमार कर दीने अस्थिर करबार अस्थिर करबार अस्थिर करबार अस्थिर करबार सतगुरु कर दीने सतगुरु कर दीने अस्थिर करबार अस्थिर करबार अस्थिर करबार अस्थिर करबार नानक दास ताकी शरणाई नानक दास ताकी शरणाई जाको शब्द अखंड अपार जाको शब्द अखंड अपार सतगुरु कर दीने कर दीने अस्थिर करबार अस्थिर करबार अस्थिर करबार अस्थिर करबार अस्थिर करबार अस्थिर करबार रहाओ। प्यारी साध संगत जी,
ਜੋ ਅਸੀਂ ਸ਼ਬਦ ਗਾਇਨ ਕੀਤਾ ਹੈ ਗੁਰੂ ਗ੍ਰੰਥ ਸਾਹਿਬ ਦੇ 807 ਭਾਵ 807 ਅੰਕ 'ਤੇ ਸ਼ਬਦ ਸੁਸ਼ੋਭਿਤ ਹੈ। ਇਸ ਦਾ ਸਿਰਲੇਖ ਹੈ ਬਿਲਾਵਲ ਮਹਿਲਾ ਪੰਜਵਾਂ। ਬਿਲਾਵਲ ਰਾਗ ਵਿੱਚ ਗੁਰੂ ਅਰਜਨ ਪਾਤਸ਼ਾਹ ਦਾ ਇਹ ਸ਼ਬਦ ਹੈ। ਸਾਨੂੰ ਜਦੋਂ ਅਸੀਂ ਸ਼ਬਦ ਪੜ੍ਹਦੇ ਹਾਂ ਉਹਨਾਂ ਦੇ ਲਫ਼ਜ਼ ਜਾਂ ਉਹਨਾਂ ਦੀਆਂ ਪੰਕਤੀਆਂ ਸੇਮ ਲੱਗਦੀਆਂ ਨੇ, ਪਰ ਹਰ ਸ਼ਬਦ ਵਿੱਚ ਜੋ ਗੁਰੂ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤਾ ਹੈ, ਵਟਸੋਐਵਰ ਸ਼ਬਦ ਔਰ ਵਰਸ ਇਜ਼ ਕੰਪਾਈਲਡ ਇਨ ਗੁਰੂ ਗ੍ਰੰਥ ਸਾਹਿਬ, ਉਹ ਸਾਨੂੰ ਸਾਡੇ ਡਿਫਰੈਂਟ ਮੂਡਸ 'ਚੋਂ ਕੋਈ ਪਰਟੀਕੂਲਰ ਮੂਡਸ ਨੂੰ ਫਿਕਸ ਅਪ ਕਰਦਾ ਹੈ। ਜਦੋਂ ਅਸੀਂ ਔਰੰਗਾਬਾਦ ਗਏ ਸੀ ਅੱਜ ਤੋਂ 5-6 ਸਾਲ ਪਹਿਲਾਂ, ਤਾਂ ਉੱਥੇ ਕੁਝ ਬੀਬੀਆਂ ਸੁਖਮਨੀ ਸਾਹਿਬ ਕਰਦੀਆਂ ਸੀ ਔਰ ਉਹਨਾਂ ਨੇ ਮੈਨੂੰ ਦੱਸਿਆ ਕਿ ਅਸੀਂ ਹੁਣ TV 'ਤੇ ਪ੍ਰੋਗਰਾਮ ਦੇਖ ਕੇ ਜਾਂ ਟੇਪਾਂ ਸੁਣ ਕੇ ਤੁਹਾਡੇ ਪ੍ਰੋਗਰਾਮ ਤੋਂ ਬਾਅਦ ਇਹ ਖਿਆਲ ਬਣਾਇਆ ਕਿ ਅਸੀਂ ਸੁਖਮਨੀ ਸਾਹਿਬ ਸਾਰਾ ਪੂਰਾ ਕਰੀਏ ਜਾਂ ਨਾ ਕਰੀਏ, ਪਰ ਇੱਕ ਅਸ਼ਟਪਦੀ ਵਿਚਾਰ ਕੇ ਕਰਦੇ ਹਾਂ। ਸਾਰੀ ਉਮਰ ਬੀਤ ਜਾਂਦੀ ਹੈ, ਸਾਨੂੰ ਪੂਰੀ ਆਸਾ ਕੀ ਵਾਰ ਸੁਣਦੇ ਹਾਂ, ਲੇਕਿਨ ਸਿਰਫ 24 ਦਿਨ ਲਗਾ ਕੇ ਇੱਕ ਪੌੜੀ ਨੂੰ ਸਮਝਣ ਵਾਸਤੇ ਅਸੀਂ ਕਦੇ ਉਪਰਾਲਾ ਨਹੀਂ ਕਰਦੇ। ਸਾਰੀ ਉਮਰ ਸਾਨੂੰ ਸੁਖਮਨੀ ਸਾਹਿਬ ਕਰਦਿਆਂ ਲੰਘ ਜਾਂਦਾ, ਪਰ 24 ਸ਼ਲੋਕ ਅਤੇ 24 ਅਸ਼ਟਪਦੀਆਂ ਨੂੰ ਸਮਝਣ ਵਾਸਤੇ ਕਦੇ ਅਸੀਂ ਉਪਰਾਲਾ ਨਹੀਂ ਕਰਦੇ। ਕਿਉਂ? ਕਿਉਂਕਿ ਸਾਨੂੰ ਕਿਸੇ ਨੇ ਭੁਲੇਖਾ ਪਾ ਦਿੱਤਾ ਹੈ, ਪੜ੍ਹੀ ਜਾਣ ਵਿੱਚ ਹੀ ਮਾਤਮ ਹੈ, ਭਾਵੇਂ ਸਮਝ ਪੱਲੇ ਕੁਛ ਨਾ ਪਵੇ। ਤੇ ਮੈਨੂੰ 1982-83 ਦੀ ਗੱਲ ਯਾਦ ਹੈ। ਬੈਂਕਾਕ ਮੈਂ ਆਪਣੀ ਮਾਂ ਜੀ ਦੇ ਨਾਲ ਇੱਕ ਮੋੜ ਤੋਂ ਗੁਰਦੁਆਰੇ ਬਾਜ਼ਾਰ ਤੋਂ ਲੰਘ ਕੇ ਜਾ ਰਿਹਾ ਸੀ ਥਾਈਲੈਂਡ ਅੰਦਰ, ਤਾਂ ਉਹਨਾਂ ਨੇ ਮੈਨੂੰ ਦੱਸਿਆ ਇਹ ਇੱਕ ਮਾਤਾ ਹੈ, ਮੁਸਲਮਾਨ ਮਾਤਾ ਹੈ, ਇਹਦੀ ਦੁਕਾਨ ਹੈ ਗਰੋਸਰੀ ਦੀ, ਔਰ ਜਦੋਂ ਵੀ ਇਸ ਦੇ ਕੋਲੋਂ ਇੱਥੋਂ ਲੰਘੋ ਇਹ ਮੂੰਹ ਤੋਂ ਇੱਥੋਂ ਕੁਛ ਪੜ੍ਹ ਰਹੀ ਹੁੰਦੀ ਹੈ ਤੇ ਚੱਲ ਕੇ ਇਹਨੂੰ ਪੁੱਛਦੇ ਹੈ ਕੀ ਪੜ੍ਹਦੀ ਹੈ। ਅਸੀਂ ਉਸ ਮਾਤਾ ਕੋਲ ਗਏ ਤਾਂ ਮਾਤਾ ਕਹਿੰਦੀ ਹੈ ਮੈਂ ਕੁਰਾਨ ਦੀਆਂ ਕੁਛ ਆਇਤਾਂ ਯਾਦ ਕੀਤੀਆਂ ਹੋਈਆਂ। ਤਾਂ ਉਹ ਇੱਜ਼ਤ ਨਾਲ ਕੁਰਾਨੇ ਪਾਕ ਕਹਿੰਦੇ ਨੇ, ਕਹਿੰਦੀ ਮੈਂ ਕੁਰਾਨੇ ਪਾਕ 'ਚੋਂ ਕੁਛ ਆਇਤਾਂ ਯਾਦ ਕੀਤੀਆਂ ਹੋਈਆਂ ਪੜ੍ਹਦੀਆਂ। ਤਾਂ ਅਸੀਂ ਕਿਹਾ हमें भी कुछ सुनाए अपनी कुरान पाक में से, कुछ खुदाई पैगाम सुनाए। तो उसने कुछ पढ़ के सुनाया, सानू समझ नहीं आया। असि उन्हें पूछा इसका मायने क्या होते हैं, तो माता कहती है मायने मुझे कुछ समझ में नहीं आता, बस मालूम है इसी ने साथ जानना है। असी भी सोचते रहे, असी भी इंज ही करते हैं भाई मायने मुझे कुछ समझ नहीं आता, बस पढ़ लिया किसी बाबे संत जी ने कह दिता है, ढेर सारा पढ़ने ची महात्म है। इस करके असी 101 अखंड पाठ रख के ਉਹਦੇ ਮਹੱਤਮ ਲੱਭਦੇ ਹਾਂ। 101 ਵਾਰੀ ਤੇ ਭਾਵੇਂ 108 ਵਾਰੀ ਮਾਲਾ ਫੇਰਨੀ ਤੇ ਕਿਸੇ ਵੀ ਖਾਸ ਰਟਣ ਨੂੰ ਕਰਨ ਵਿੱਚ, ਲੇਕਿਨ ਗੁਰੂ ਪਾਤਸ਼ਾਹ ਜੀ ਦੇ ਦੱਸੇ ਮਾਰਗ ਨੂੰ ਸਮਝਣ ਵਾਸਤੇ ਅਸੀਂ ਉਪਰਾਲਾ ਨਹੀਂ ਕਰਦੇ। ਉਹਨੂੰ ਮਗਰਮੱਛ ਕੇ ਆਂਸੂ ਕਹਿੰਦੇ ਨੇ। ਫਿਰ ਅਸੀਂ ਰੋਂਦੇ ਹਾਂ ਸਾਡਾ ਪ੍ਰਚਾਰ ਨਹੀਂ ਹੈ। ਅਸੀਂ ਆਪ ਹੀ ਤੇ ਪ੍ਰਚਾਰ ਨਾ ਕਰਨਾ ਚਾਹੁੰਦੇ ਹਾਂ, ਨਾ ਪ੍ਰਚਾਰ ਸੁਣਨਾ ਚਾਹੁੰਦੇ ਹਾਂ। ਸੋ ਉਹ ਮਾਤਾ ਜੀ ਸਾਨੂੰ ਔਰੰਗਾਬਾਦ ਕਹਿੰਦੇ ਨੇ ਕਿ ਅਸੀਂ ਜਿਉਂ ਦਾ ਵਿਚਾਰ ਕੇ ਪੜ੍ਹ ਰਹੇ ਹਾਂ ਤਾਂ ਸਾਨੂੰ ਨਾ ਇੰਝ ਹੀ ਲੱਗ ਰਿਹਾ ਜਿਵੇਂ ਪਹਿਲਾਂ ਤੇ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਅਪਰੋਕਸੀਮੇਟਲੀ 6000 ਸ਼ਬਦ ਨੇ। ਮੈਂ ਕਿਹਾ ਮੈਂ ਮਾਤਾ ਜੀ ਗਿਣੇ ਨਹੀਂ ਕਿ 6000 ਹਨ ਕਿ ਨਹੀਂ। ਕਹਿੰਦੇ ਨਹੀਂ ਲੱਗਦਾ 6000 ਦੇ ਕਰੀਬ ਸ਼ਬਦ ਹਨ, ਸਾਰੇ ਰਿਪੀਟਿਡ ਹੀ ਹਨ, ਸੇਮ ਹਨ। ਤਾਂ ਮੈਂ ਉਹਨਾਂ ਨੂੰ ਬੇਨਤੀ ਕੀਤੀ ਇਹ ਸੇਮ ਨਹੀਂ ਹਨ, ਇਹਨਾਂ ਦੇ ਅੱਖਰ ਕਿਉਂਕਿ ਗੁਰਮੁਖੀ ਨੂੰ ਹਾਰ ਸਾਰੀ ਦਿੱਤੀ ਗਈ ਹੈ ਉਹਨਾਂ ਨੂੰ। ਭਾਵੇਂ ਕਬੀਰ ਜੀ ਦੀ ਬਾਣੀ ਹੈ, ਭਾਵੇਂ ਫਰੀਦ ਜੀ ਦੀ ਬਾਣੀ ਹੈ, ਭਾਵੇਂ ਧੰਨਾ ਜੀ ਦੀ ਬਾਣੀ ਹੈ, ਸਦਨਾ ਜੀ ਦੀ ਬਾਣੀ ਹੈ, ਨਾਮਦੇਵ ਜੀ ਦੀ ਬਾਣੀ ਹੈ, ਸਭ ਆਪਣੇ ਆਪਣੇ ਪ੍ਰਾਂਤ ਦੇ ਉਹ ਲਫ਼ਜ਼ ਵਰਤਦੇ ਸਨ, ਉਹਨਾਂ ਦੀ ਆਪਣੀ ਬੋਲੀ ਸੀ। ਪਰ ਗੁਰੂ ਪਾਤਸ਼ਾਹ ਨੇ ਸਭ ਨੂੰ ਕਿਉਂਕਿ ਗੁਰਮੁਖੀ ਨੂੰ ਹਾਰ ਦਿੱਤੀ ਹੈ, ਇਸ ਕਰਕੇ ਸਾਨੂੰ ਸਾਰੇ ਸੇਮ ਲੱਗਦੇ ਨੇ, ਪਰ ਉਹ ਸੇਮ ਹੈ ਨਹੀਂ, ਇੱਕੋ ਜਿਹੇ ਨਹੀਂ ਹਨ। ਉਹਨਾਂ ਦੇ ਵਿੱਚੋਂ ਸੁਨੇ ਜਿਹੜੇ ਨਿਕਲ ਕੇ ਆਉਂਦੇ ਨੇ ਉਹ ਸਾਰੇ ਗੁਰਮਤਿ ਸਿਧਾਂਤ ਅਨੁਸਾਰ ਇੱਕ ਹਨ, ਇੱਕ ਅਕਾਲ ਪੁਰਖ ਨਾਲ ਜੋੜਦੇ ਹਨ। ਵਿਚੋਲਾ ਕੋਈ ਨਹੀਂ ਹੁੰਦਾ,
ਕਰਮਕਾਂਡ ਕੋਈ ਨਹੀਂ ਹੁੰਦਾ, ਤੀਰਥ ਕੋਈ ਨਹੀਂ ਹੁੰਦਾ, ਪਾਖੰਡ ਕੋਈ ਨਹੀਂ ਹੁੰਦੇ, ਅਗਿਆਨਤਾ ਤੋਂ ਜਗਾਇਆ ਜਾਂਦਾ ਹੈ, ਮਨੁੱਖ ਦੀ ਆਤਮਾ ਨੂੰ ਜਗਾਇਆ ਜਾਂਦਾ ਹੈ। ਲੇਕਿਨ ਹਰ ਸ਼ਬਦ ਦੀ ਗਹਿਰਾਈ 'ਚ ਜਾਵਾਂਗੇ, ਸਾਡੇ ਕੋਈ ਐਸੇ ਮੂਡਸ ਫਿਕਸਅਪ ਕੀਤੇ ਜਾਂਦੇ ਨੇ। ਔਰ ਮੰਨ ਲਿਆ ਅੱਜ 14 ਨੰਬਰ ਮੇਰਾ ਮੂਡ ਖਰਾਬ ਹੈ, ਅਸੀਂ ਜੇ ਮੂਡਸ ਦੇ ਨਾਂ ਰੱਖੀਏ, ਕਦੀ ਕਹਿੰਦੇ ਨਾ ਮੇਰਾ ਮੂਡ ਅੱਜ ਬੜਾ ਅੱਛਾ ਹੈ, ਇਹਦਾ ਨਾ ਮੂਡ ਨੰਬਰ 10 ਰੱਖ ਲਓ। ਅੱਜ ਮੇਰਾ मूड बड़ा ऑफ है, मूड नंबर 14 रख लो, है ना। आज बड़ा तू खिड़िया नज़र आ रहा, आज तू इन्ना गल की है, मेरे बच्चे का रिश्ता हो गया। वक्रे वक्रे मूड होते हैं साढ़े, चंगे मूड भी होते हैं, भैड़े मूड भी होते हैं, चंगे ख्याल भी होते हैं, भैड़े भी। चंगे ख्यालों आगासा आगास कहते हैं, मंदे ख्यालों पताला पताल लख कहते हैं। साढ़े अंदर गुज्जे दबे हुए अनेक मंदे मंदे ख्यालों वाले मूड्स भी हैं। वो सारे डिफरेंट मूड्स जो मान लिया, मैं आज एक एग्जांपल बनाता कि मेरा 14 नंबर मूड है, वो अज फिक्सअप होना चाहिए। उहदे वास्ते मैं अज शब्द पढ़ा, हो सकता है अज मेरा वो वाला शब्द मैनू 14 नंबर मेरे मूड को फिक्सअप कर दे, लेकिन कल मैं किसी होर मूड च होवां तो उस वेले हो सकता है 14 नंबर वाले शब्द के नाल जिहड़ा मूड फिक्सअप होंदा सी वो मेरा ध्यान ही उस तरह नहीं बनेगा। इसका मतलब सानू उठत बैठत सोवत जागत मारक चलत हरे हर गाइए वांगू सानू फिर चढ़े दिवस गुरबाणी गावे, दिन रात गुरबाणी के नाल जुड़े रहना चाहिए। किस वेले मेरा केड़ा मूड फिक्सअप होना, वो शब्द उस वेले क्लिक होता है। सो असी वक्रे वक्रे शब्दों को पढ़िया करिए। जितना असी ये प्रचलित कर दिता भी ला खुशियां पातशाहियां पढ़ो, जो मांगे ठाकुर अपने ते पढ़ो, उतना सारा कुछ की हो गया, असी मोनोपलीज कर ली ने। यह शब्द तो फलाना रागी मिठा गाता है, यह शब्द तो फलाना। और जो मैं परदेसा में जाता तो गुरुद्वारे में जिहदी धाक चलती है, जिसका बोलबाला चलता है, वो प्रबंधकों नाल मिल के गुरुद्वारे माया देता है और कहता है आज मेरी माता का भोग है, तो याद रखना मते गुरुद्वारे कोई अजला खुशियां पातशाहियां जो मांगे ठाकुर पढ़ते हैं। सो असी जो प्रदेशों में गुरुद्वारों जाते हैं तो प्रबंधक कहते हैं अज किसी अमीरजादे की माता जी का भोग है, ध्यान रखना। जो मांगे ठाकुर ला खुशियां पातशाहियां वाले शब्द नहीं पढ़ने, मैले नौवें दे शब्द पढ़ना। और जे किसी अमीरजादे के घर ब्याह शादी का खुशी का प्रोग्राम होए, अज उन्होंने वालों लंगर कराया जा रहा है, उन्होंने वालों स्पैशल सद्दा है संगतां नूं, मते तुसीं मैले नौवें दे शब्द पढ़ते हो। सत्संग जी, ये साडी अज्ञानता है। असी शब्दों को डिफरेंट स्लॉट्स विच पा रहे हैं। इनू पता की कहते हैं, इनू इंग्लिश साइकैट्रिस्ट की डॉक्टर जिहड़े साइकोलॉजी के साइकैट्रिस्ट डॉक्टर्स होंदे ने, और साडी मानसिकता जो बीमार हो जाती है उसका इलाज जिहड़े डॉक्टर करते हैं, उन्होंने लैंग्वेज इनू कहते हैं कंपार्टमेंटलाइजेशन। कंपार्टमेंटलाइजेशन की होती है? जदों मैं गुरुद्वारे गया तो मैं बड़ा शरीफ हाँ, जदों मैं घर गया तो वोटी दे नाल आकड़ के बोलता, उत्थे मैं कुछ होर हाँ। जदों मैं बिजनेस वाली थां गया उत्थे मैं अफसर बनया फिरदा हाँ। इस तरह वक्री वक्री जगह पर मैं वखरा वखरा इंसान हाँ, पर यह सब कुछ करदे होया मेरी रिश्तेदारी में कितने ब्याह आ जाए, उत्थे वैसे मैं कदे कदे शराब का गिलास पढ़ लेना और नच भी लेना। सो गंगा गए गंगा राम, जमुना गए जमुना दास। इस समय मैं वक्रिया वक्रिया थावां ते वखरा वखरा बन जाता, इनू कंपार्टमेंटलाइजेशन कहते हैं, बहरूपिया। तो असी शब्दों को भी कंपार्टमेंटलाइजेशन कर लिया। वो पूरी दुनिया में ब्रांड बन गया है कि जो बर्थडे होया करे पूता माता की चीज गाओ। ते कई सज्जने कहते हैं धी का बर्थडे है जी, पूता माता की चीज नहीं गाओ। अच्छा, सिर्फ पुत्रों वास्ते है? असी समझ नहीं रहे सतगुरु
ਪਾਤਸ਼ਾਹ ਇਸ ਬਾਣੀ ਰਾਹੀਂ ਅਸੀਸ ਦੇਣਾ ਸਿਖਾ ਰਹੇ, ਮਾਤਾ ਮੱਤ ਵਾਲੀ ਚੰਗੀ ਮੱਤ ਦੇ ਰਹੇ ਨੇ। ਔਰ ਪੂਤਾ ਦਾ ਮਤਲਬ ਸਿਰਫ ਪੁੱਤਰ ਨਹੀਂ ਹੁੰਦਾ, ਹਰ ਕਿਸੇ ਦੇ ਮਨ ਨੂੰ ਪੁੱਤਰ ਕਹਿੰਦੇ ਨੇ। ਪੂਤਾ ਮਾਤਾ ਕੀ ਅਸੀਸ, ਇਹ ਅਸੀਸ ਸਤਿਗੁਰੂ ਜੀ ਦੀ ਮੱਤ ਵੱਲੋਂ ਮਾਂ ਦੇ ਪਿਆਰ ਦੇ ਵਿੱਚ ਲੋਰੀ ਵਾਲੀ ਅਸੀਸ ਦਿੱਤੀ ਜਾ ਰਹੀ ਹੈ ਕਿ ਤੈਨੂੰ ਵਿਸਰੇ ਨਾ, ਚੰਗੀ ਮੱਤ ਸੁਮਤ ਬਖਸ਼ੀ ਜਾ ਰਹੀ ਹੈ। ਇਹ ਬਰਥਡੇ ਬ੍ਰਾਂਡ ਤੇ ਨਹੀਂ ਹੈ। ਤੇ ਜਿਹੜੇ ਲੋਕੀ ਬਰਥਡੇ ਨਹੀਂ ਮਨਾਉਂਦੇ ਨੇ, ਬਰਥਡੇ ਦੇ ਬਰਖਲਾਫ ਨੇ, ਤੁਸੀਂ ਘਰ ਕੇਕ ਕੱਟੋ, ਉਹ ਤੁਹਾਡੇ ਨਾਲ ਲੜਨਗੇ, ਨਹੀਂ ਗੁਰਮਤਿ 'ਚ ਕੇਕ ਕੱਟਣਾ ਨਹੀਂ, ਇਹ ਨਹੀਂ ਕਰਨਾ ਚਾਹੀਦਾ। ਤੇ ਨਾਲ ਹੀ ਉਹ ਸ਼ਬਦ ਸੁਣਾ ਦੇਣਗੇ, ਜਨਮੀ ਜਾਨਤ ਸੁਖ ਬੜਾ ਹੋਤਾ ਇਤਨਾ ਕਿ ਜਾਣੇ ਕਿ ਛਿਨ ਛਿਨੌਤ ਘਟਦਾ ਹੈ। ਉਹ ਸਾਰਾ ਇਹ ਸ਼ਬਦ ਇੱਕਦਮ ਸੁਣਾ ਦੇਣਗੇ, ਤੁਸੀਂ ਜਾਣਦੇ ਨਹੀਂ ਤੁਹਾਡੇ ਬੇਟਾ ਵੱਡਾ ਨਹੀਂ ਹੋ ਰਿਹਾ, ਇਹਦੀ ਜ਼ਿੰਦਗੀ ਦੀ 1 ਸਾਲ ਉਮਰ ਘਟ ਗਈ ਔਰ ਦੇਖੋ ਇਹ ਮੌਤ ਵੱਲ ਜਾ ਰਿਹਾ। ਉਹ ਇਸ ਤਰੀਕੇ ਦੀਆਂ ਗੱਲਾਂ ਕਰਨੀਆਂ ਸ਼ੁਰੂ ਕਰ ਦਿੰਦੇ। ਜਦਕਿ ਉਹ ਸ਼ਬਦ ਕੇਕ ਕੱਟਣ ਵੇਲੇ ਕਿਸੇ ਨੂੰ ਟੁੰਮਣ ਵਾਸਤੇ ਨਹੀਂ ਹੈ। ਉਹ ਸ਼ਬਦ ਸਮਝਾਉਂਦਾ ਹੈ ਜਦੋਂ ਤੂੰ ਮੰਦੇ ਮੰਦੇ ਖਿਆਲ ਇਕੱਠੇ ਕਰਦਾ ਹੈ ਤਾਂ ਤੇਰੀ ਮੱਤ ਬੜੀ ਖੁਸ਼ ਹੁੰਦੀ ਹੈ ਤੇ ਤੇਰਾ ਮਨ ਬੜਾ ਬਈ ਵੱਡਾ ਬਲਵਾਨ ਹੋਈ ਜਾ ਰਿਹਾ ਸ਼ੈਤਾਨੀਅਤ ਦੀ ਮੱਤ ਲੈ ਕੇ। ਜਨਨੀ ਜਾਨਤ ਸੁਤ ਵੱਡਾ ਹੋਤਾ ਹੈ। ਪਰ ਜਿਤਨਾ ਮੰਦੇ ਖਿਆਲਾਂ ਨੂੰ ਇਕੱਠਾ ਕਰ ਕਰਕੇ ਵੱਡੇ ਹੋਵੋ ਨਾ, ਉਹ ਉਹਨਾਂ ਨੂੰ ਜੰਮ ਸਤਾਉਂਦੇ ਨੇ, ਮਰਨ ਤੋਂ ਬਾਅਦ ਨਹੀਂ ਜੀਂਦੇ ਜੀ। ਮੰਦੇ ਖਿਆਲ ਸਤਸੰਗ ਜੀ, ਗੁਰਬਾਣੀ ਨੂੰ ਪੜ੍ਹ ਕੇ ਗਹਿਰਾਈ ਵਿੱਚ ਪਤਾ ਲੱਗਦਾ ਹੈ ਅਵਗੁਣ ਸਰੀਰਕ ਤੌਰ ਤੇ ਕਰ ਲੈਣਾ ਪਾਪ ਨਹੀਂ ਹੈ, ਅਵਗੁਣੀ ਸੋਚ ਆਣਾ ਹੀ ਪਾਪ ਹੈ। असंतोखी मत हुई पाप है। गुरबाणी में पाप की डेफिनेशन दी हुई है। काहे पूछ झगड़त हो संग पाप, काहे पूछ झगड़त हो संग पाप, जिनके जड़े बड़ी तुम, जिनके जड़े बड़ी रे, जिनके जड़े बड़ी रे तुम, जिनके जड़े बड़ी तिन स्यो झगड़त आ, ਜਦੋਂ ਤੂੰ ਅਸੰਤੋਖੀ ਹੋ ਜਾਂਦਾ ਹੈ ਤਾਂ ਸੰਤੋਖ ਰੂਪੀ ਪਿਤਾ ਦੇ ਨਾਲ ਤੇਰਾ ਝਗੜਾ ਸ਼ੁਰੂ ਹੁੰਦਾ ਹੈ। ਜਦੋਂ ਸਾਡੇ ਮਾਤਾ ਪਿਤਾ ਸੰਤੋਖੀ 'ਚ ਹੋਣ, ਉਹ ਕਹਿੰਦੇ ਨੇ ਕੋਈ ਗੱਲ ਨਹੀਂ ਬੇਟਾ, ਪਰ ਸਾਡਾ ਮਨ ਕਹਿੰਦਾ ਤੁਸੀਂ ਨਵੀਂ ਕਾਰ ਨਹੀਂ ਲੈਂਦੇ, ਕੰਜੂਸ ਹੋ, ਦੇਖੋ ਬਾਕੀਆਂ ਕੋਲ ਨਵੀਆਂ ਨਵੀਆਂ ਕਾਰਾਂ ਨੇ, ਤੁਸੀਂ ਮੈਨੂੰ ਨਵਾਂ ਕੰਪਿਊਟਰ ਨਹੀਂ ਲੈ ਕੇ ਦਿੰਦੇ, ਤੁਸੀਂ ਮੈਨੂੰ ਨਵਾਂ ਸੈੱਲਫੋਨ ਬਾਜ਼ਾਰ 'ਚੋਂ ਕਿਉਂ ਨਹੀਂ ਲੈ ਕੇ ਦਿੰਦੇ। ਇਸ ਤਰੀਕੇ ਨਾਲ ਜਦੋਂ ਅਸੀਂ ਗੱਲਾਂ ਕਰਦੇ ਨਾ ਆਪਣੇ ਮਾਤਾ ਪਿਤਾ ਨਾਲ, ਉਹ ਸੰਤੋਖ ਦੇ ਮੂਡ 'ਚ ਹੁੰਦੇ ਨੇ, ਅਸੀਂ ਅਸੰਤੋਖੀ ਹੋ ਜਾਂਦੇ ਹਾਂ। असंतोखी पति ਅਤੇ ਸੱਸ ਹੋ ਜਾਣ, ਸਾਰੀ ਉਮਰ ਆਪਣੀ ਪਤਨੀ ਨੂੰ ਜਾਂ ਸੱਸ ਆਪਣੀ ਨੂੰਹ ਨੂੰ ਸਤਾਉਂਦੇ ਰਹਿੰਦੇ ਨੇ ਕਿ ਤੂੰ ਸਾਰੀ ਉਮਰ ਦਾਜ ਦੇ ਇਲਾਵਾ ਆਪਣੇ ਘਰੋਂ ਪੇਕੇ ਤੋਂ ਨਵਾਂ ਕੀ ਲੈ ਕੇ ਆਈ ਹੈ। ਲਾਲਚੀ। ਪਾਪ ਕੀ ਨਿਕਲਿਆ? असंतोखी। ਪਾਪ ਕੀ ਬਣਿਆ? ਜਦੋਂ असंतोखी ਖਿਆਲ ਆਇਆ। असंतोखी ख्याल आने तो बाद जिहड़े एक्शन होणगे वो आफ्टर इफेक्ट्स ने। असंतोखी ख्याल मैनू आंदा है, ये बड़ी मंदी अवस्था है। सो सानू
ਬਾਣੀ ਪੜ੍ਹ ਕੇ ਆਪਣੇ ਮੂਡਸ ਨੂੰ ਫਿਕਸਅਪ ਕਰਨਾ ਔਰ ਆਪਣੇ ਮੂਡਸ ਚੋਂ ਪਹਿਲਾਂ ਚੈੱਕ ਕਰਨਾ ਆ ਜਾਵੇ ਮੈਨੂੰ ਚੰਗੇ ਖਿਆਲ ਕਿਹੜੇ ਆਉਂਦੇ ਨੇ, ਮੰਦੇ ਕਿਹੜੇ ਆਉਂਦੇ ਨੇ, ਤੇ ਚੰਗੇ ਖਿਆਲਾਂ ਨੂੰ ਰੈਲਿਸ਼ ਕਰਨਾ। ਅਸੀਂ ਛੇਤੀ ਨਾਲ ਚੰਗੇ ਖਿਆਲਾਂ ਨੂੰ ਛਿੱਕੇ ਟੰਗ ਦਿੰਦੇ ਹਾਂ। ਔਰ ਜੀ ਵੀਰ ਭੁਪਿੰਦਰ ਸਿੰਘ ਜੀ, ਤੁਸੀਂ ਤੇ ਕਹਿੰਦੇ ਹੋ ਰੱਬ ਜੀ ਮਿੱਠ ਬੋਲਣੇ ਨੇ, ਜੇ ਅਸੀਂ ਦਿਨ ਰਾਤ ਮਿੱਠਾ ਬੋਲਣਾ ਸ਼ੁਰੂ ਕੀਤਾ ਲੋਕੀ ਦੇ ਸਿਰ ਤੇ ਚੜ ਜਾਣਗੇ। ਅੱਛਾ, ਲੋਕੀ ਸਿਰ ਤੇ ਨਾ ਚੜ ਜਾਣ ਇਸ ਕਰਕੇ ਚੰਗੇ ਖਿਆਲ ਨੂੰ ਛਿੱਕੇ ਟੰਗ ਦਿਓ। ਹੁਣ ਚੰਗਾ ਖਿਆਲ ਛਿੱਕੇ ਟੰਗ ਦਿੱਤਾ, ਇੱਥੋਂ ਮਿੱਠੇ ਬੋਲਨੇ ਨਿਕਲਣਗੇ। ਉਹ ਜੀ ਸ਼ਰੀਫ ਬਣ ਕੇ ਰਹੋ ਨਾ, ਦੁਨੀਆ ਵੇਚ ਖਾਏਗੀ। ਆਪ ਹੀ ਅਸੀਂ ਕਹੀ ਜਾਂਦੇ ਹਾਂ ਉਹ ਜੀ ਮੈਂ ਖੰਡੇ ਕੀ ਪੌਲ ਇਸ ਕਰਕੇ ਨਹੀਂ ਛਕਦਾ ਕਿਉਂਕਿ ਬਿਜ਼ਨਸ 100 ਵਾਰੀ ਝੂਠ ਬੋਲਣਾ ਹੁੰਦਾ। दैट मीन्स यू आर हैप्पी विद विख्या। अमृत कौड़ा विख्या मिठी, साखत की विद नैनो डिठी। कमाल है, असी झूठ के नाल और विख्या के नाल खुश होंदे हां और चंगे ख्यालों नूं रैलिश नहीं करदे हां। इस करके साडे एक्शनस भी चंगे साडे कोलों नहीं होंदे हन। मनु एक छोटा जिहा एग्जाम्पल याद आ गया, रियल हैपनिंग। अमेरिका की आर्मी का एक बंदा वियतनाम वॉर गया। वियतनाम वॉर तो बड़े चिर बाद वो वापस आया। न्यूयॉर्क रहिंदा सी, नौजवान एक मुंडा न्यूयॉर्क का रहने वाला, वियतनाम की वॉर तो बाद अचानक घर फोन आता है माता पिता को कि मैं तुहाडा बेटा वॉर तो वापस आ गया हाँ, इस वेले मैं कैलीफोर्निया हाँ, कल मैं तुहाडे कोल आ रहा हाँ, पर मेरे नाल मेरा एक मित्र भी है। मेरे उस मित्र दी वियतनाम वॉर बंब गोलियां लगन दे नाल दोनों टंगा कट गई ने। कि मैं अपने मित्र नूं घर ले आवां, मैं उहदी तुहाडे नाल मिल के असीं सारे सेवा करांगे। उसने मेरी जान बचाई सी। हुण माता पिता जे तो चंगा ख्याल आवे और उन्होंने रैलिश करन तां वाह भला, नहीं तो माता पिता रोक देंगे, चल सौ जा, तेरे सौण दे दिन ने, तेरे जवानी दे दिन ने, अपना भी ध्यान रखा कर, बहुता ना दूजिया पीछे जाया कर, ये वो माता पिता कहते हैं। इस करके बच्चा माता पिता की सेवा तो भी खुंज जाता है क्योंकि दिन रात वो चंगे ख्याल को डिस्करेज करते रहते हैं। तो वो माता पिता ने कहा यह किवें हो सकता है कि तू एक हैंडीकैप नूं घर ले आएगा, इत्थे केड़ा वेला, यू नो दिस इज अमेरिका। और इंज कह के उन्होंने अपने पुत्र को बहुत गुस्सा किया। ये नहीं हो सकता कि तेरा हैंडीकैप फ्रेंड भी तेरे नाल आवे, तू जी सदके आ। कदों आ रहा? कहता मैं कल आ रहा। कल किन्ने बजे आएगा? शामी मैं 6 बजे आ जाऊँगा। तो सानू कदों दसेगा एयरपोर्ट लैन आइए? कहता कल सवेरे तुहानू 9 बजे कॉल आ जाएगी कि मैं किहड़ी फ्लाइट पर चढ़ रहा। माता पिता 9 बजे उड़ीक कर रहे हैं और 9 बजे न्यूयॉर्क के एक होटल चों कॉल आती है कि इत्थे तुहाडा बेटा ठहरिया सी, उहदी डैथ हो गई है, आके डेड बॉडी ले जाओ। माता पिता छेती नाल होटल पहुँचते हैं और उत्थे नोट लिखा होया सी, मेरे नाल कोई भी मेरा मित्र नहीं सी। मेरे कफन की चादर चुक के देखो, दरअसल मेरिया दोनों टंगा कट्टिया हुई हैं, मैं ही हाँ वो मित्र तुहाडे पुत्र दा। उन्होंने पुत्र दियां टंगा कट्टिया गई सी। पुत्र ये चेक कर रहा सी मेरे माता पिता हैंडीकैप नूं किस नज़र नाल देखणगे। असी अपने पुत्र नाल हमदर्दी कर सकते हैं और दूजे के पुत्र दियां टंगा कट जान ते हमदर्दी नहीं कर सकते हैं। यही वो ख्याल ने तेर मेर दे, यही वो ख्याल ने वितकरे दे, यही वो मंदे ख्याल ने जिहड़े सानू खून दे रिश्ते वाला बच्चा भावें साडा शराबी या कबाबी होए, उन्होंने असी लखां करोड़ां दी जायदाद भी दे जांगे, पर कोई गुरसिख होवे, कोई लोड़वंद होवे, भावें किसी भी जगह रहिंदा होवे, उन्होंने वास्ते असी स्कूल खोलण नूं तैयार नहीं, कॉलेज खोलण नूं तैयार नहीं, हॉस्पिटल खोलण नूं तैयार नहीं। चंगे ख्याल सानू आंदे ते हन, पर चंगे ख्यालों दियां सिर्फ गल्लां करदे हां,
ਚੰਗੇ ਖਿਆਲਾਂ ਨੂੰ ਆਪਣੇ ਅਮਲੀ ਜੀਵਨ ਵਿੱਚ ਨਹੀਂ ਲਿਆਉਂਦੇ ਹਾਂ। ਇਸ ਕਰਕੇ ਅਸੀਂ ਦਿਨ ਰਾਤ ਅਪਸੈਟ ਰਹਿੰਦੇ ਹਾਂ। ਜਦੋਂ ਸਾਡੇ ਨਾਲ ਮੰਦਾ ਹੁੰਦਾ ਤਾਂ ਉਸ ਵੇਲੇ ਕਹਿੰਦੇ ਨੇ ਦੁਨੀਆ ਕਿੱਥੇ ਗਈ, ਹਾਏ ਸਮਾਜ ਵਿਗੜ ਗਿਆ ਹੈ। ਲੇਕਿਨ ਜਦੋਂ ਦੂਜੇ ਨੂੰ ਲੋੜ ਪਵੇ ਤਾਂ ਉਸ ਵਿਗੜੇ ਹੋਏ ਸਮਾਜ ਦੇ ਨਾਲ ਅਸੀਂ ਵੀ ਖੜੇ ਹੋ ਜਾਂਦੇ ਹਾਂ। ਸਮਾਜ ਕੋਈ ਬਾਹਰੋਂ ਨਹੀਂ ਬਣਦਾ, ਸਮਾਜ ਇੱਕ ਇੱਕ ਬੂੰਦ ਨਾਲ ਜਿਸ ਤਰ੍ਹਾਂ ਘੜਾ ਭਰਦਾ ਔਰ ਨਦੀਆਂ ਬਣਦੀਆਂ ਨੇ, ਇਸ ਤਰ੍ਹਾਂ ਇੱਕ ਇੱਕ ਮਨੁੱਖ ਦੇ ਨਾਲ ਰਲ ਕੇ ਸਮਾਜ ਬਣਦਾ ਹੈ। ਅਸੀਂ ਸਮਾਜ ਦਾ ਹਿੱਸਾ ਹਾਂ। ਜੇ ਅਸੀਂ ਸਮਾਜ ਦਾ ਹਿੱਸਾ ਹਾਂ ਤਾਂ ਸਮਾਜ ਦੇ ਅੰਦਰ ਜੋ ਕੁਰੀਤੀਆਂ ਔਰ ਗਲਤੀਆਂ ਔਰ ਤੇਰ ਮੇਰ ਔਰ ਬਲੱਡ ਰਿਲੇਸ਼ਨ ਵਾਲੀ ਜਿਹੜੀ ਖਿੱਚਾ ਧਰੂਈ ਚੱਲਦੀ ਹੈ, ਉਹਦੇ ਬਦਲੇ ਸਾਨੂੰ ਸਭ ਨਾਲ ਪਿਆਰ, ਇੱਕ ਪਿਤਾ ਇੱਕ ਅਸਕੀ ਮੁਬਾਰਕ ਵਾਲਾ ਬਣਾਉਣਾ ਚਾਹੀਦਾ ਹੈ। ਉਹ ਨਹੀਂ ਹੁੰਦਾ, ਅਸੀਂ ਟਿਕਦੇ ਨਹੀਂ ਹਾਂ, ਸਾਡੀ ਸਟੇਬਿਲਿਟੀ ਨਹੀਂ ਬਣਦੀ। ਜਦੋਂ ਅਸੀਂ ਸਤਿਗੁਰੂ ਜੀ ਨੂੰ ਮਿਲਦੇ ਹਾਂ ਤਾਂ ਸਤਿਗੁਰੂ ਜੀ ਕਹਿੰਦੇ ਨੇ ਵਿੱਚ ਦੁਨੀਆ ਸੇਵ ਕਮਾਈ ਹੈ ਤਾਂ ਦਰਗਾਹ ਬੈਸਣ ਪਾਈ ਹੈ, ਕਹੋ ਨਾਨਕ ਬਾਹ ਲੁਡਾਈ ਹੈ। ਸਾਡੀ ਜੱਫੀ ਚੌੜੀ ਹੋ ਜਾਂਦੀ ਹੈ। ਇਸ ਆਗੋਸ਼ ਵਿੱਚ ਪੂਰੀ ਦੁਨੀਆ ਆ ਸਕਦੀ ਹੈ। ਸਤਿਗੁਰ ਕਰ ਦੀਨੇ ਅਸਥਿਰ ਘਰ ਬਾਰ। ਮੇਰੇ ਅੰਦਰ ਦੇ ਜਿਹੜੇ ਖਿਆਲ ਨੇ ਨਾ, ਉਹ ਮੇਰਾ ਘਰ ਹੈ। ਅੰਦਰ ਦੇ ਖਿਆਲ ਜਦੋਂ ਮੇਰੇ ਬਾਹਰ ਦੇ ਐਕਸ਼ਨ ਵਿੱਚ ਆ ਜਾਂਦੇ ਨੇ, ਮੇਰਾ ਬਾਹਰ ਹੈ। ਘਰ ਬਾਹਰ। ਜਿਹੜੇ ਲੋਕੀ ਆਪਣੇ ਅੰਦਰ ਦਾ ਘਰ ਸਾਫ਼ ਨਾ ਰੱਖਣ, ਉਹ ਇਸ ਤਰ੍ਹਾਂ ਰੁਲਦੂ ਖੁਲਦੂ ਜੀਵਨ ਬਿਤਾਉਂਦੇ ਰਹਿੰਦੇ ਨੇ। ਤੇ ਉਹਨਾਂ ਨੂੰ ਇਹ ਵੀ ਆਦਤ ਹੋ ਜਾਂਦੀ ਹੈ ਕਿ ਤੁਸੀਂ ਕਈ ਜਗ੍ਹਾ ਦੇਖਿਆ ਹੋਣਾ, ਕਈ ਸਾਡੀਆਂ ਮਾਵਾਂ ਧੀਆਂ ਭੈਣਾਂ ਇੱਕ ਗਲਤੀ ਨਾਲ ਕਰ ਜਾਂਦੀਆਂ ਨੇ ਜਾਂ ਅਗਿਆਨਤਾ ਵਾਸ ਕਰ ਜਾਂਦੀਆਂ ਨੇ ਜਾਂ ਜਾਣ ਕੇ ਕਰਦੀਆਂ, ਮੈਂ ਨਹੀਂ ਕਹਿ ਸਕਦਾ। ਉਹ ਆਪਣੇ ਕਿਚਨ ਦਾ ਕੰਮ ਕਰਕੇ ਪਲਾਸਟਿਕ ਦੇ ਲਿਫਾਫੇ ਦੇ ਕੂੜਾ ਇਕੱਠਾ ਕਰਕੇ ਆਪਣੀ ਕਿਚਨ ਤੋਂ ਬਾਹਰ ਸੁੱਟ ਦਿੰਦੀਆਂ ਨੇ, ਪਿਛਲੇ ਪਾਸੇ ਵਿੰਡੋ ਤੋਂ ਬਾਹਰ ਸੁੱਟ ਦਿੰਦੀਆਂ ਨੇ। ਉਹ ਕਿੱਥੇ ਗਿਆ ਪਤਾ ਨਹੀਂ, ਲੇਕਿਨ ਇਹ ਨਹੀਂ ਪਤਾ ਕਿ ਜਿੱਥੇ ਮੈਂ ਰੋਜ਼ ਸੁੱਟਦੀ ਹਾਂ ਉੱਥੇ ਢੇਰ ਇਕੱਠਾ ਹੁੰਦਾ ਜਾਏਗਾ। ਅਲਟੀਮੇਟਲੀ ਇਹ ਗੰਦਗੀ ਤੋਂ ਮੱਛਰ ਪੈਦਾ ਹੋਏਗਾ, ਉਹ ਮੇਰੇ ਘਰ ਹੀ ਆਏਗਾ। ਡੇਂਗੂ, ਮਲੇਰੀਆ ਔਰ ਟਾਈਫਾਈਡ ਮੇਰੇ ਬੱਚਿਆਂ ਨੂੰ ਹੀ ਹੋ ਜਾਏਗਾ। ਇਹ ਅਸੀਂ ਸੋਚਦੇ ਹੀ ਨਹੀਂ। ਜਿਹੜੇ ਘਰ ਦੀ ਸਫਾਈ ਨਹੀਂ ਰੱਖਦੇ ਨੇ ਨਾ, ਜ਼ਰੂਰੀ ਨਹੀਂ ਹੈ ਘਰ 10-10 ਬੈਡਰੂਮ ਦਾ ਬਣਿਆ ਹੋਵੇ, ਜਿਹੜੇ ਘਰ ਦੀ ਸਫਾਈ ਨਹੀਂ ਰੱਖਦੇ ਨੇ ਔਰ ਰੁਲਦੂ ਖੁਲਦੂ ਬਣਾਉਂਦੇ ਨੇ ਨਾ, ਉਹ ਫਿਰ ਬਾਹਰ ਵੀ ਇਸ ਤਰ੍ਹਾਂ ਰੁਲਦੂ ਖੁਲਦੂ ਹੀ, ਬਾਹਰ ਵੀ ਉਸ ਤਰ੍ਹਾਂ ਨਹੀਂ ਕਰਦੇ ਨੇ। ਕਈ ਲੋਕੀ ਕੀ ਕਰਦੇ ਨੇ, ਆਪਣੇ ਘਰ ਦਾ ਵਿਹੜਾ ਸਾਫ਼ ਕਰਨ ਵੇਲੇ ਨਾਲ ਵਾਲੇ ਪੜੋਸੀਆਂ ਦਾ ਵਿਹੜਾ ਜਿਹੜਾ ਨਾਲ ਕਾਮਨ ਹੈ ਨਾ, ਉਹਦੇ ਤੇ ਵੀ ਝਾੜੂ ਮਾਰਦੇ ਨੇ। ਪਰ ਕਈ ਜਿੱਥੇ ਪੜੋਸੀਆਂ ਦੀ ਜ਼ਰਾ ਜੀ ਹੱਦ ਆ ਰਹੀ ਹੈ, ਸਾਰਾ ਕੂੜਾ ਉੱਥੇ ਤੱਕ ਹੀ ਛੋੜ ਦਿੰਦੇ ਨੇ। ਪਰ ਉਸ ਕੂੜੇ ਤੋਂ ਹੀ ਲੰਘ ਕੇ ਮੇਰੇ ਘਰ ਵੀ ਕੋਈ ਆਏਗਾ ਨਾ, ਫਿਰ ਉਹ ਕੂੜਾ ਉਹਦੇ ਪੈਰਾਂ ਨੂੰ ਲੱਗ ਕੇ ਮੇਰੇ ਘਰ ਆ ਜਾਏਗਾ। ਇਹਦਾ ਮਤਲਬ ਸਾਨੂੰ ਚਾਰੋਂ ਪਾਸੇ ਦਾ ਕੂੜਾ ਸਾਫ਼ ਕਰਨਾ ਪਏਗਾ। ਲੋਕੀ ਦੂਜਿਆਂ ਦੇ ਰਸਤਿਆਂ ਤੇ ਕੰਡੇ ਖਿਲਾਰਦੇ ਨੇ, ਰੁਕਾਵਟਾਂ ਪਾਉਂਦੇ ਨੇ, ਸ਼ੈਤਾਨੀਅਤ ਵਾਲੀ ਮੱਤ। ਕੁਝ ਲੋਕੀ ਥੋੜੇ ਜਿਹੇ ਸ਼ਰੀਫ ਹੁੰਦੇ ਨੇ, ਸ਼ੈਤਾਨੀਅਤ ਦਾ ਦਰਜਾ ਥੋੜਾ ਜਿਹਾ ਘੱਟ ਹੁੰਦਾ। ਉਹ ਕੀ ਕਰਦੇ ਨੇ, ਉਹ ਕਹਿੰਦੇ ਨੇ ਅਸੀਂ ਕਿਸੇ ਦੇ ਰਸਤੇ ਤੇ ਕੰਡੇ ਨਹੀਂ ਖਿਲਾਰਦੇ ਹਾਂ। ਪਰ ਕੋਈ ਪੁੱਛੇ, ਕੁਛ ਤੇ ਕੰਡੇ ਖਿਲਾਰਦੇ ਹਨ ਅਤੇ ਕੁਛ ਕਹਿੰਦੇ ਨੇ ਅਸੀਂ ਇਤਨੇ ਖੁਦਗਰਜ਼ ਹੋ ਗਏ, ਆਪਣਾ ਖਾ ਪੀ ਕੇ ਆਪਣੇ ਘਰ ਵਿੱਚ ਮਸਤ ਰਹਿੰਦੇ ਹਾਂ, ਦੂਜਿਆਂ ਦੇ ਰਸਤੇ ਤੇ ਕੰਡੇ ਨਹੀਂ ਖਿਲਾਰਦੇ ਹਾਂ। ਪਰ ਕੋਈ ਪੁੱਛੇ ਦੂਜਿਆਂ ਦੇ ਰਸਤਿਆਂ ਤੇ ਫੁੱਲ ਕੌਣ ਫਿਰ ਖਿਲਾਰੇਗਾ? ਜਿਤਨੀਆਂ ਸੜਕਾਂ ਤੇ ਬ੍ਰਿਜਿਸ ਬਣੇ ਨੇ, ਜਿਤਨੇ ਸਾਡੇ ਘਰਾਂ ਦੇ ਵਿਚਕਾਰ 에ਅਰ ਕੰਡੀਸ਼ਨਰ ਲੱਗੇ ਨੇ, ਜਿਤਨੀਆਂ ਸੁੱਖ ਸੁਵਿਧਾਵਾਂ ਸਾਨੂੰ ਗੌਰਮੈਂਟ ਦਿੰਦੀ ਹੈ ਔਰ ਸਾਇੰਟਿਸਟ ਖੋਜਾਂ ਕਰਕੇ ਦਿੰਦੇ ਨੇ, ਇਹ ਉਹਨਾਂ ਨੇ ਸਾਡੇ ਵਾਸਤੇ ਫੁੱਲ ਖਿਲਾਰੇ ਨੇ। ਸਾਡੇ ਘਰਾਂ ਵਿੱਚ ਕੋਈ ਬਿਮਾਰ ਹੋ ਜਾਂਦਾ ਹੈ, ਹਸਪੀਟਲ ਤਿਆਰ ਕੀਤੇ ਹੋਏ ਨੇ, ਐਮਰਜੈਂਸੀ ਰੂਮਸ ਖੋਲ੍ਹੇ ਹੋਏ ਨੇ, ਉੱਥੇ 24 ਘੰਟੇ ਡਾਕਟਰ ਔਰ ਨਰਸ ਸਾਡੀ ਸੇਵਾ 'ਚ ਖੜੇ ਨੇ। ਇਹ ਸਮਾਜ ਨੇ ਸਾਡੇ ਵਾਸਤੇ ਫੁੱਲ ਖਿਲਾਰੇ ਹੋਏ ਨੇ। ਅਸੀਂ ਕਦੋਂ ਦੂਜਿਆਂ ਦੇ ਕੰਮ ਆਵਾਂਗੇ? ਉਹ ਇੱਕ ਗਜ਼ਲ ਵਿੱਚ ਕਹਿੰਦਾ, ਕਿਸੇ ਦੀ ਕੀ ਗੱਲ ਦੱਸਾਂ, ਆਪਣੀ ਨਹੀਂ ਮੁੱਕਦੀ, ਰੱਬ ਜਾਣੇ ਖੁਸ਼ੀ ਸਾਡੇ ਨੇੜੇ ਕਿਉਂ ਨਹੀਂ ਟੁਕਦੀ। ਬਈ ਹਰ ਵੇਲੇ ਤੂੰ ਆਪਣਾ ਹੀ ਰੋਣਾ ਰੋਂਦਾ ਰਹੇਗਾ ਤਾਂ ਖੁਸ਼ੀ ਤੇ ਤੈਨੂੰ ਹੋਏਗੀ ਨਹੀਂ, ਪਰ ਤੂੰ ਦੂਜਿਆਂ ਬਾਰੇ ਨਹੀਂ ਸੋਚ ਸਕੇਗਾ। ਤੇਰਾ ਘਰ-ਬਾਰ ਖਰਾਬ ਹੈ। ਘਰ-ਬਾਰ ਦਾ ਮਤਲਬ ਤੇਰਾ ਅੰਦਰ ਦਾ ਪਰਲੋਕ ਖਰਾਬ ਹੈ, ਇਸ ਕਰਕੇ ਤੇਰੇ ਬਾਹਰਲੇ ਐਕਸ਼ਨ ਵੀ ਠੀਕ ਨਹੀਂ ਹਨ।
ਆਈਡੀਅਲ ਨਹੀਂ ਹਨ, ਚੰਗੇ ਗੁਣਾਂ ਵਾਲੇ ਨਹੀਂ ਹਨ। ਤੂੰ ਛੇਤੀ ਨਾਲ ਚੰਗੇ ਗੁਣਾਂ ਦੀ ਪ੍ਰੈਕਟਿਸ ਨੂੰ ਛੋੜ ਦਿੰਦਾ ਹੈ। ਪਰ ਜਿਹੜਾ ਚੰਗੇ ਗੁਣਾਂ ਨਾਲ ਪੱਕਾ ਜੁੜਦਾ ਹੈ, ਸੰਤ ਨਾ ਛਾੜੇ ਸੰਤ ਹੀ ਜੇ ਕੋਟਕ ਮਿਲੇ ਅਸੰਤ। ਦੁਨੀਆ ਜਿਤਨਾ ਮਰਜ਼ੀ ਭੈੜ करे, वो अपनी पेशेंस, सहज, संतोख, सबर, बोली और अपनी त्यूड़ी और अपनी अखां सबनों बैलेंस करके रखता है। जिसका अंदरला संवर जाता है उसका बाहरला भी संवर जाता है। जिसका अंदरला संवर जाता है उन्होंने परलोक सुहेले कहते हैं, तो वह लोक सुखी हो जाता है। इनू कहते हैं लोक सुखी है परलोक सुहेले। इंज नहीं है कि बाहरों लोक ठीक करो तो अंदर का परलोक ठीक हो जाएगा, नहीं। शर्त पहला है ਜਿਹੜਾ ਅੰਦਰ ਦਾ ਪਹਿਲਾਂ ਪਰਲੋਕ ਸਵਾਰਦਾ ਹੈ, ਫਿਰ ਉਸ ਦਾ ਬਾਹਰਲਾ ਲੋਕ ਵੀ ਠੀਕ ਹੋ ਜਾਂਦਾ ਹੈ। ਜਿਸਨੇ ਅੰਦਰ ਦਾ ਪਰਲੋਕ ਨਹੀਂ ਸਵਾਰਿਆ, ਪਰਲੌਕਿਕ ਮੀਨਸ ਰੱਬੀ ਗੁਣਾਂ ਦੇ ਖਿਆਲ, ਆਤਮਕ ਆਪਣੀ ਮਤ ਨੂੰ ਦੇਣ ਵਾਲੀ ਸੋਝੀ ਦੇ ਖਿਆਲ ਨਹੀਂ ਸਵਾਰੇ, ਉਸ ਦੇ ਬਾਹਰਲੇ ਐਕਸ਼ਨ ਵੀ ਖਰਾਬ ਹੋ ਜਾਂਦੇ ਨੇ। ਉਹਨੂੰ ਕਹਿੰਦੇ ਨੇ ਲੋਕ ਗਿਓ। ਕਿਉਂ ਗਿਓ? ਪਰਲੋਕ ਗਵਾਇਓ, ਕਿਉਂਕਿ ਪਰਲੌਕਿਕ ਗੁਣ ਨਹੀਂ ਲਏ। ਇਹ ਮਰਨ ਤੋਂ ਬਾਅਦ ਵਾਲੇ ਪਰਲੋਕ ਦੀਆਂ ਔਰ ਬੈਕੁੰਠ ਦੀਆਂ ਗੱਲਾਂ ਨਹੀਂ ਮੈਂ ਕਰ ਰਿਹਾ। ਮਰਨ ਤੋਂ ਬਾਅਦ ਵਾਲੇ ਪਰਲੋਕ ਬੈਕੁੰਠ ਨੂੰ ਤੇ ਕਬੀਰ ਸਾਹਿਬ ਕਹਿੰਦੇ ਨੇ, ਜਬ ਲਗ ਮਨ ਬੈਕੁੰਠ ਕੀ ਆਸ, जब लग मन बैकुंठ की आस, तब लग होए नहीं चरण निवास। जब लग मन बैकुंठ की आस, तब लग होए नहीं चरण निवास। लग होई नहीं चरण निवास। जा जा सब कहता ला जाना, ना जाना बैकुंठ कहानी, बैकुंठ कहानी। जा जा सब कहता ना जाना, कहो कबीर कहिए काए, साध संगत में कुंठ आए, साध संगत में कुंठ आए। जा जा सब कहता कबीर साहब कहते मैं नहीं जानता ਜਿਹੜੇ ਬੈਕੁੰਠਰ ਪਰਲੋਕ ਦੀਆਂ ਤੁਸੀਂ ਮਰਨ ਤੋਂ ਬਾਅਦ ਦੀਆਂ ਗੱਲਾਂ ਕਰਦੇ ਹੋ, ਪਰ ਲੋਕੀ ਸਭ ਜਾਣਦੇ ਨੇ। ਜਾਨ ਜਾਨ ਸਭ ਕਹੇ ਤਾਂ ਹੀ ਸਾਰੇ ਕਹਿੰਦੇ ਨੇ ਅਸੀਂ ਤੇ ਬੈਕੁੰਠ ਚਲੇ ਹੀ ਜਾਵਾਂਗੇ, ਸਾਨੂੰ ਤੇ ਪਤਾ ਹੀ ਹੈ ਪਰਲੋਕ ਕਿੱਥੇ ਹੈ ਤੇ ਬੈਕੁੰਠ ਔਰ ਸਵਰਗ ਕਿੱਥੇ ਹੈ। ਜਾन जान हर कोई जानता है बैकुंठ कहाँ आई, पर कबीर साहब कहते नहीं, जब तक तू मरण तो बाद वाले बैकुंठ की आस रखता है ना, जब लग मन बैकुंठ की आस तब लग होए नहीं चरण निवास। चरण निवास मीन्स एक तो किसी की डैथ हो जाए ना, असी
ਆਪਣੇ ਮਨ ਦੇ ਟਕੋਸਲੇ ਦੀਆਂ ਗੱਲਾਂ ਕਰਦੇ ਰਹਿੰਦੇ ਆ। ਇਹ ਜਿਹੜਾ ਬੰਦਾ ਮਰ ਗਿਆ ਇਹਦੀ ਆਤਮਾ ਨੂੰ ਚਰਨਾਂ 'ਚ ਨਿਵਾਸ ਬਖਸ਼ਣਾ। ਜੀਂਦੇ ਜੀ ਗੁਰਬਾਣੀ ਦੇ ਚਰਨਾਂ ਨਾਲ ਜੁੜੇ ਨਹੀਂ। ਔਰ ਫਿਰ ਭਾਈ ਸਾਹਿਬ ਜੀ ਪੜ੍ਹ ਦਿੰਦੇ ਨੇ ਗੁਰਮੁਖ ਜਨਮ ਸਵਾਰ ਦਰਗਾਹ ਚੱਲਿਆ, ਭਾਵੇਂ ਸਾਰੀ ਉਮਰ ਸ਼ਰਾਬ ਪੀਤੀ ਹੋਵੇ, ਸਿੱਧੇ ਪਾਸੇ ਟੁਰਿਆ ਨਾ ਹੋਵੇ। ਸਾਧ ਸੰਗਤ ਜੀ, ਸਤਿਗੁਰ ਦੀ ਮੱਤ ਲੈ ਕੇ ਜੀਂਦੇ ਜੀ ਚਰਨਾਂ 'ਚ ਨਿਵਾਸ ਲੈਣਾ ਹੁੰਦਾ ਹੈ। ਉਹਨਾਂ ਦੀ ਮਰਨ ਤੋਂ ਬਾਅਦ ਅਰਦਾਸਾਂ ਨਹੀਂ ਕਰਨੀਆਂ ਪੈਂਦੀਆਂ। ਗੁਰ ਕੇ ਚਰਨ ਜੀ ਕਾ ਨਿਸਤਾਰਾ, ਉਹਨਾਂ ਨੂੰ ਮਾਈ ਚਰਨ ਗੁਰ ਮੀਠੇ ਜੀਂਦੇ ਜੀ ਪਸੰਦ ਆਉਂਦੇ ਨੇ। ਔਰ ਗੁਰਮਤਿ ਜੀਂਦੇ ਜੀ ਮੁਕਤ ਅਵਸਥਾ ਦੀ ਗੱਲ ਕਰਦੀ ਹੈ। ਮਰਨ ਤੋਂ ਬਾਅਦ ਵਾਲੇ ਸਰਗ ਔਰ ਨਰਕ, ਇਹਨਾਂ ਗੱਲਾਂ ਦੇ ਟਪੋਸਲੇ ਵਾਲੀਆਂ ਕਹਾਣੀਆਂ ਗੁਰਮਤਿ ਨਹੀਂ ਮੰਨਦੀ। ਕਿਸੇ ਦਾ ਸੁਪਨਾ ਔਰ ਖਿਆਲ ਹੋ ਸਕਦਾ ਉਹ ਜੀ ਮਰ ਗਏ ਸਨ, ਫਿਰ ਸਵਰਗ ਦੇ ਬੂਹੇ ਤੋਂ ਜਾਂ ਨਰਕ ਦੇ ਬੂਹੇ ਤੋਂ ਵਾਪਸ ਆਏ ਸਨ, ਫਿਰ ਧਰਤੀ ਤੇ ਵਾਪਸ ਆ ਗਏ ਸਨ। ਇਹ ਗੁਰਮਤਿ ਦੇ ਸਵਰਗ ਔਰ ਨਰਕ ਨਹੀਂ ਨੇ। ਗੁਰਮਤਿ ਦੇ ਨੇ ਸਾਧ ਸੰਗਤ ਬੈਕੁੰਠੇ ਆਏ। ਕਹੋ ਕਬੀਰ ਇੱਕ ਹੀ ਹੈ ਕਾਏ, ਸਾਧ ਸੰਗਤ ਬੈਕੁੰਠੇ ਆਏ। ਸੱਚ ਦੀ ਸੰਗਤ ਵਿੱਚ ਸੰਗਤ ਹਰ ਪ੍ਰਭ ਵਸੈ ਜੀਉ। ਮਰਨ ਤੋਂ ਬਾਅਦ ਹੈ ਸੰਗਤ ਵਿੱਚ ਜੀਂਦੇ ਜੀ। ਇਹ ਗੁਰਬਾਣੀ ਦੀਆਂ ਕਸੌਟੀਆਂ ਨੇ। ਜੀਂਦੇ ਜੀ ਤੂੰ ਸੱਚ ਦੀ ਸੰਗਤ ਕਰਦਾ ਹੈ, ਰੱਬ ਜੀ ਵਸਦੇ ਨੇ। ਮਰਨ ਤੋਂ ਬਾਅਦ ਵਾਲੇ ਕਿਹੜੇ ਰੱਬ ਜੀ ਦੇ ਬੈਕੁੰਠ ਜਾਣਾ। ਸਾਨੂੰ ਲੋਕ ਅਤੇ ਪਰਲੋਕ ਜੀਂਦੇ ਜੀ ਸਮਝਣਾ ਕਿਹਨੂੰ ਕਹਿੰਦੇ ਨੇ। ਸੱਚ ਦੀ ਸੰਗਤ ਵਿੱਚ ਮੈਂ ਪਰਲੌਕਿਕ ਗੁਣ ਜੀ ਰਿਹਾ ਹਾਂ। ਸੱਚ ਦੀ ਸੰਗਤ ਦਾ ਮਤਲਬ ਹੀ ਸਿਰਫ ਸੁਣਨਾ ਨਹੀਂ ਹੁੰਦਾ। ਸੱਚ ਦੀ ਸੰਗਤ ਦਾ ਮਤਲਬ ਹੁੰਦਾ ਹੈ ਜੋ ਸੁਣਿਆ, ਚੰਗਾ ਖਿਆਲ ਆਇਆ, ਉਸ ਨੂੰ ਐਕਸ਼ਨ ਵਿੱਚ ਲਿਆ, ਉਹਨੂੰ ਅਮਲੀ ਜੀਵਿਆ। ਜੇ ਅਸੀਂ ਸਿਰਫ ਗੱਲਾਂ ਕਰੀਏ ਔਰ ਉਹਨੂੰ ਅਮਲੀ ਨਾ ਜੀਵੀਏ, ਉਹਨੂੰ ਕਹਿੰਦੇ ਨੇ ਗੁਰ ਕਿਆ ਸਾਕਾਰ ਕਮਾਵੋ। ਗੁਰ ਕੀ ਕਰਨੀ, ਜਿਹੜੀ ਤੈਨੂੰ ਜੀਵਨ ਜਾਚ ਦੱਸੀ ਹੈ ਕਰਨੀ। ਕਾਹੇ ਧਾਵੋ ਹੁੰਦਾ ਦੌੜਦਾ ਕਿਉਂ ਹੈ। ਵਾਈ ਯੂ ਐਸਕੇਪ, ਸੱਚ ਤੋਂ ਐਸਕੇਪ ਕਿਉਂ ਕਰਦਾ ਹੈ। ਸਿਰਫ ਇੱਥੋਂ ਮੋਮੋ ਠਗਣੀ ਵਾਲੀਆਂ ਗੱਲਾਂ ਕਿਉਂ ਕਰਦਾ ਹੈ। ਰਹਿਤ ਅਵਰ ਕਛ ਅਵਰ ਕਮਾਵਤ ਕਿਉਂ ਕਰਦਾ ਹੈ। ਮਨ ਨਹੀਂ ਪ੍ਰੀਤ ਮੁਖੋਂ ਗੰਢ ਲਾਵਤ। ਵਾਈ ਯੂ ਆਰ ਸ਼ੋਇੰਗ ਦੀਜ਼ ਕ੍ਰੋਕੋਡਾਈਲ ਟੀਅਰਸ। ਇਹ ਕਿਉਂ ਤੂੰ ਹਿਪੋਕ੍ਰੇਟ ਅਵਸਥਾ ਨਾਲ ਜੀਂਦਾ। ਮਨ ਹੋਰ ਮੁਖ ਹੋਰ ਵਾਲੀ, ਜੀਉ ਮਹਿਲੇ ਬਾਹਰੋਂ ਨਿਰਮਲ ਵਾਲੀ। ਸੋ ਸਤਿਗੁਰ ਦੀ ਮੱਤ ਜਦੋਂ ਲੈਂਦੇ ਆ ਤਾਂ ਸਤਿਗੁਰ ਮੇਰਾ ਲੋਕ ਤੇ ਪਰਲੋਕ ਠੀਕ ਕਰ ਦਿੰਦਾ। ਸਤਿਗੁਰ ਕਰ ਦੀਨੇ ਅਸਥਿਰ ਕਰ ਬਾਰ, ਇਹ ਸ਼ਬਦ ਦਾ ਰਾਹ ਹੈ। अगली पंक्ति, जो जो निंद करे इन ग्रहण की। साथ समझ ये ग्रहण की है। एक तो मेरे इंद्र ज्ञानेंद्र ने, एक मेरा रोम है। एक दुनिया धरती ते किसी खास जगह ਨੂੰ ਜਿਓਗ੍ਰਾਫਿਕਲੀ द्वारका नगरी समझती है। गुरु पातशाह द्वारका नगरी किनू कहते हैं। ਜਦੋਂ ਅਸੀਂ ਸ਼ਬਦ ਪੜਾਂਗੇ ਨਾ, ਖੂਬ ਤੇਰੀ ਪਗੜੀ ਮੀਠੇ ਤੇਰੇ ਬੋਲ, ਉਹਦੇ ਚ ਪਗੜੀ ਦਾ ਮੈਨਾ ਹੁੰਦਾ ਰਸਤਾ। इस पगड़ी की गल नहीं चल रही, सीधे रस्ते टुरना। तेरी पगड़ी खूब है, खूब तेरी पगड़ी मीठे तेरे बोल। और तेरे बोल जो मैं सीख जाता, मेरी बोल बाणी भी ठीक हो जाती, क्योंकि तू मिठा बोलना है। और तेरी मत लैके मेरे भी बोल ठीक हो जाते हैं। किस तरह बोल ठीक हो जाते हैं जी? सुनन दे नाल। यस, सच जेकर एक बारी मन करके सुन लवो तो बोल ठीक हो जाते हैं। बाणी पढ़ के देखो, इस श्रवणों मेरियो साचा सुनना नो पठाए। साचा सुनना नो पठाए, शरीर लाए सुनो सत बाणी। ध्यान नाल सुन, शरीर लाए सुनो सत बाणी। जित सुनी मन तन हरिया हुआ, तू हरा भरा हो जाएगा। मन तन हरिया होया मीन्स अस्थिर कर बार, अंदरों बाहरों। जित सुनी मन तन हरिया हुआ, रसना रस माणी। अच्छा सुनिया करना ने, रचना ठीक हो गई। जदों असी कौड़े बोल बोलते हाँ, ਇਹਦਾ मतलब मैं सच सुनिया ही नहीं सी। मेरी जबान ही नहीं खराब, मेरी लिसनिंग भी खराब है। लिसनिंग मेरी ठीक नहीं है। आई एम नॉट सिंसियरली लिसनर, सुनने वाला ठीक सिंसियर लिसनर मैं नहीं हाँ। मैं गुरु उपदेश सुनियो ना कानन, परदारा लपटायो। परदारा की होंदा है, मंदे ख्यालों वाली मत नाल चंबड़िया रहंदा हाँ, और सतगुर दे ख्याल सुनदा नहीं हाँ।
ਜਦੋਂ ਸਤਿਗੁਰ ਦੇ ਖਿਆਲ ਨਹੀਂ ਸੁਣੇ ਤਾਂ ਕਿਹਦੇ ਸੁਣੇ? ਦੁਨੀਆ ਦੇ। दुनिया की चाल चलो तो चलना दुनिया पत, दुनिया की भांति चलता हूं, दुनिया की भांति चलो तो रब जी को मिलना रास्ता औखा हो जाता है। फरीदा दर दरवेशी गाखड़ी डिफिकल्ट हो गई, रब जी को मिलना डिफिकल्ट नहीं है। दरअसल मुश्किल कर लिया कदों? दर फरीदा दर दरवेशी गाखड़ी कदों? जदों चलना दुनिया पत, मैं दुनिया की चाल दुनिया की भांति जदों चलता। बन उठाई पोटली, बन उठाई पोटली की होंदा है? दुनिया की आदत है लोग अवगुणा की बनने गंठड़ी, दुनिया अवगुणा नाल जींदी है, लोग अवगुणा की बनने गंठड़ी। गुण ना भी आ जाए कोई, गुण दुनिया नहीं लैंदी, मैं भी दुनिया की भांति चलता हाँ। रोटी खाओ शक्कर से, दुनिया लूटो मक्कर से, ते मैं दुनिया की भांति चलता हाँ। दुनिया दाज मंगती है मैं भी लैंदा, दुनिया जात पात लगाती है मैं भी लगांदा, दुनिया ब्याह शादी ते शराबा वंडदी है मैं भी वंडदा हाँ। चला दुनिया पत, बन उठाई पोटली, अवगुणा की पोटली बन लई, कित्थे वंजा घत, हुण मैं लैके कित्थे जावां? मैं रब जी दे दर ते तो जा ही नहीं सकदा। अंधले भार उठाया डूगर वाट बहुत, रास्ता जीवन का मुश्किल हो गया। अखी लोड़ी ना लहा हो चढ़ लंघा कि तुम मैं केड़े पासे टुरा, एक तो डिंगा टेढ़ा रास्ता, उतो पहाड़ी रास्ता मेरे जीवन का, और फिर मैं सिर ते इन्ना सारा भार उठाया है, उस तो बाद मैं अन्ना कितने सारे ऑड्स इकट्ठे कर लेना मैं अपने हस्ते। जो जो निंद करे इन ग्रहण की, जदों मेरे सतगुर ने मेरे अंदर बार फिक्सअप कर दिता ना, हुण मेरे रोम रोम नूं द्वारका नगरी कहंदे ने। जिस नगरी दे अंदर अनेका द्वारे होन, मेरी इस नगरी अंदर सिद्धा जोगियां दी बोलिया सिर्फ 9 द्वारे ने। गुरु पातशाह कहंदे ने एक एक रोम तेरा द्वारा है, क्योंकि साडा एक एक रोम ऑक्सीजन लैंदा है, एक एक रोम श्वास लैंदा है। ते जिस रोम तो श्वास ना जान, उस मसाम जे बंद हो जान, उतों स्किन डेड हो जाती है, स्किन डिजीज हो जाती है। स्किन डिजीज ही नहीं हो जाती, उते ब्लड सर्कुलेशन रुक जाता है, उते स्किन कैंसर भी हो जाता है। जिस हड्डी तक ब्लड ना पहुंचे उतों हड्डी खराब हो जाती है। जिस अंग में प्रॉपर ब्लड ना पहुंचे, कैपिलरीज के थ्रू साडियां जिहड़ियां कैपिलरीज होंदियां छोटियां छोटियां महीन साडियां जिहड़ियां नसां माइक्रोस्कोप नाल नज़र आने वालियां, वो ब्लड उत्थे तक ना पहुंचाण, वो वाला अंग डेड हो जाता है। जिथे सतगुर दी मत दे प्राण ना पहुंचण, कीमती ब्लड रूपी प्राण सतगुर नूं पावन गुरु कहते ने। जिथे जिस 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 ख्याल जिस जिस ग्रहण विच सतगुर दे ख्याल ना पहुंचण, वो मानो पहला ही विकारां दे हत्थी मर गया। जो जो निंद करे इन ग्रहण की तीस आगे ही मारा करतार, अब ये तो पहले ही मरा हुआ है। अच्छा आगे तो मतलब पास्ट होता है। वाह गुरु पातशाह बाणी किस तरह गल कर दियो, कमाल कर दियो। दुनिया भी इंज यूज कर दिया। किसी दे घर मसा दवानी चवानी होवे और 2 टाइम की पूरी रोटी ना जुड़ती होवे, और जिहड़ी वो दवानी चवानी उन्होंने धी दे विआह वास्ते 4 पैसे बचा के रखे सी, वो भी चोरी हो जान, तां वो लोकी पता की गल करते हैं, कहते अगे ही, अगे का मतलब पीछे, कहते आगे ही हम गरीब हैं, आगे ही खाने को कुछ नहीं है, आगे ही कपड़ा पहनने के लिए, बेटी के लिए 4 पैसे बचा के रखे थे वो भी चोर ले गया। कब? आगे ही हम दुखी हैं। आगे मीन्स पाछे है, बीते हुए समय में। तिस आगे ही मारे करतार, तू ऑलरेडी मंदे ख्यालां करके आत्मक अवस्था करके मरिया होया है, ढैलिया कला च रहना है, ताई तू केवल अपने शरीर तक रहना है, और शरीर तक रहने वाला बंदा अंदरों बाहरों फिक्सअप नहीं होता। लोग समझते ना मैं योगा नाल फिक्सअप हो जाऊंगा, लोग समझते ने मैं सैर करके फिक्सअप हो जाऊंगा, लोग समझते ने मैं वक्त सिर सौ जाना वा, वक्त सिर खा लेना वा, फिर वक्त सिर खा के फिर सौ जाना वा। वक्त सिर उठ जाना अच्छी गल है, वक्त सिर सौ जाना अच्छी गल है,
वक्त सिर खाना अच्छी गल है, लेकिन तू इन्हू जीवन समझ लिया है। मत कोई जाने जग जींदा दूजे पाए मुयास, सो जीव्या जिस मन वसिया सोए नानक, अवर न जीवे कोई। इनू जीवन नहीं कहते जेड़ा तू वक्त सिर खा पी के सौ जाना, बस अपने शरीर तक रहिंदा है। पर सतगुर आसिर घर बार कर दिंदा तो ठीक, वरना जेड़ा सच दे ख्यालां नू अपने एक एक रोम एक एक इंद्रे ज्ञान इंद्रे नू तिथे घड़िए सुरत मत बुद्ध नू जे नहीं दिंदा तो वह पहला ही मरिया होया है। मरिया होया मनुख कछुए वांगू होंदा है। कछुआ सारी दुनिया तो कोरा हो जाता है, पर कछुआ अपने आप को अपने खोल अंदर बंद करके बचा बचा के रखता है। असी एक शब्द पढ़िया सी, उस शब्द कहते कछुआ कहे अंगार भी लोरो, हुण मैं वामथ चाहना वा, मेरा कछुआपन ठीक हो गया। सतगुर कर दीने अस्थिर कर बार रहाओ, जो जो निंद करे इन ग्रहण की तिस आगे ही मारा करतार। ते जे सतगुर ने मेरा कारोबार फिक्सअप कर दिता है ते मेरे जेड़े जेड़े चंगे चंगे ख्याल आ रहे ने उन्होंने जेड़ा जम कोशिश करे ना, मेरा सतगुर उन्होंने मार देता है। सतगुर सूरमा है। सतगुर सूरमा मेरे मन नू ताकतवर बना दिंदा, उन्हें अस्थिर कर बार कर दिता है। तो फिर उसनू मंदे ख्यालों नू सप्रेस करना आ जाता है। जिसनू मंदे ख्यालों नू सप्रेस करना आ जाता है वो ऑलरेडी प्रिपेयर्ड होता है कि मनु जो ही मंदा ख्याल आएगा मैं सप्रेस करांगा। मनु बड़ी पुरानी गल याद आई, जदों 1995-96 मैं अपनी बच्ची नू अमेरिका तो दिल्ली लैके आया कि इनू इंडिया पढ़ावांगे ताकि इनू पंजाबी और सब कुछ ठीक ढंग नाल अमेरिका के बदले असी इत्थे सिखा सकीए। उसनू स्कूल विच एडमिशन लैके दिती तो कहती है कुछ दिनों बाद मैं इत्थे नहीं पढ़ना, क्योंकि एक बच्चा गलती करता मैडम सारे नू सजा दे देती है, एक बच्चा गलती करता सारा नू खड़ा कर देती है, एक बच्चा गलती करता सारा नू बाहर धुप्प विच खड़ा पनिशमेंट करती है, मैं नहीं इत्थे पढ़ना। कुछ दिनों बाद कहती है मैं बाहर गली विच नहीं खेडना। असीं पूछा क्यों? कहती है वो एक बच्चा है, उन्हें सैकल चलाता तो सारे दे पैर ते चढ़ा दिंदा सैकल, पापा उन्होंने पता नहीं कि झल पै जाता है, तो असीं खेड रहे होंदे साडे उत्ते सैकल चलाता है, उहदे लफज मैनूं टुंब गया, पता नहीं उन्होंने कि झल पै जाता है। झल पैंदा है, इस तो बाद वो साइकिल चलाने की शरारत करता है। मैनू सारी दुनिया मेरे मुताबिक जो नहीं चलती, मनु झल पैण वाला है, मनु क्रोध चढ़न वाला है, मेरी त्यूड़ी चढ़न वाली है, मेरा मत्था कुटन वाला है, मैनू अखा लाल होने वालियां ने, ये सारे का ना रख लो, मनु झल पैण वाला है। ते जो ही झल पैण वाला होवे उसनू देख सकीए। दूरअंदेशी दी नज़र, दूरअंदेशी नज़र नू कहंदे ने सोहणे नक जिन लंबड़े वाला, लंबड़े वाल होंदा दूरअंदेशी, चंगे ख्याल देख लिया। मनु झल पैण वाला है, मैं नहीं पैण देना, मैं मन जीता जगजीत अपने क्रोध नू काबू करके रखना है। ये वाली अकल सतगुर सूरमा उसनू देता है। जदों असीं जपजी साहब पढ़ रहे हैं, बहुता कर्म लिखिया ना जाए, वड्डा दाता तिलत माए, केते मंगे जोध पार। जोधिया वाले ख्याल, जोधिया वाले ख्याल है नहीं होता कितने लड़ाई हो रही है तो मनु शस्त्र चुक के सिखा दो तो मैं उत्थे मर जावा शरीरक तौर पर घर ना मुड़ा। जोधिया वाला ख्याल जपजी साहब चल रही है बाणी, कोई लड़ाई नहीं चल रही, पर मेरे अंदर दी एक लड़ाई चल रही है। मंदे ख्याल मनु सतान ते मैं तुहाडे कोलों जोधिया वाला ख्याल जेड़ा किसी नू माफ कर सकण वाला जोधा। साथ संगत जी, किसी नू माफ करना बड़ा वड्डे वॉरियर दा काम है। माफ छोटे मोटा बंदा, निर्बल बंदा, मन दा कमजोर कंजूस बंदा नहीं कर सकता। किसी नू माफ करना बड़ी अमीरी, बड़े योद्धे, बड़े संत सिपाही दा काम होंदा है, वॉरियर दा काम होंदा है। वेख के अणडिठ करना, किसी वाल कुरख्यत अखा दे बदले हमदर्दी दी नजर करना, किसी दे कौड़े और बेइज्जत की तो बोला दे अगेंस्ट मिठे बोल बोल सकना। केते मंगा जोध अपार, मेरे अंदर किन्ने चंगे चंगे ऐसे ख्याल आते ने कि मनु ऐसा वॉरियर बना दियो कि मैं अपने पुत्र दे ब्याह वेले दाज ना मंगा, अपने तिया पुत्रा दे किसी भी सैरेमनी से शराब ना वरतावा, कोई दुनिया भर दे कर्म कांड ना करा, वो दस्ते जोधा होना पैंदा है।
जो जो निंद करे इन ग्रहण की। जदों मेरे सतगुरु ने मनु मेरा घर बार अंदरों सुरत मत बुद्ध सब कुछ फिक्स कर दिता है, तो हूँ जम आके जदों मेरी निंदा करे, जम मेरे चंगे ख्याल नूं सप्रेस करन दी कोशिश करे, तो मेरे अंदर दा करतार इस नूं सप्रेस करके मनु उस तो बचा लैंदा है। मैं फिक्का बोल लगा सी, गुरु पातशाह ने क्या देख नानक फिक्के बोलिया तन मन फिक्का हो जाएगा, इस जम नूं मार देते पैड़े बोलना ते जम। नानक दास ताकी शरणाई जाको शब्द अखंड अपार। जाको इथे कौन है? सतगुर। जिस सतगुर को अखंड, जिसनू खंड खंड नहीं किया जा सकता, जिस ख्याल नू तोड़िया नहीं जा सकता, जिस ख्याल नू जम टोटे टोटे नहीं कर सकता, बल्कि जम केते खप टुटे विकार, वो खप खप के टुट जाते ने जम वर्गे मंदे मंदे ख्याल उस जोधे दे सामने। बंदियां नू कट देना बड़ा आसान है, बंदियां नू मार देना बड़ा आसान है, लेकिन अपने अंदर दे जमा नू कट के मारना साध संगत जी धर्म सिखांदा है। नानक दास ताकी शरणाई, मैं तुहाडी शरण आया, मैनू तुसी क्योंकि अस्थिर कर दिता है, इस करके मैं हमेशा तुहाडे नाल जुड़िया रहना चाहता। नानक दास ताकी शरणाई जाको शब्द अखंड अपार। शब्द अखंड, शब्द मीन्स तुहाडा फलसफा, तुहाडा सुनिया, तुहाडा नाम, तुहाडा नामना, तुहाडा पैराडिम, तुहाडा सोचने का ढंग, तुहाडा नजरिया, तुहाडी नदर, शब्द अखंड है, जम नहीं इसनू तोड़ सकते। अपार बेअंत तुहाडे चंगे चंगे गुण ने, रब जी दे बेअंत चंगे चंगे गुण असीं लैंदे जाइए, जितने रब्बी गुण लैंदे जांदे आ उतने असीं टिकदे जांदे आ। इसनू कहंदे ने देंदा दे, रब जी चंगे चंगे गुण देई जांदे ने, चंगे गुणां दी दात रूपी रतन जवाहर माणिक वर्गी मत लैंदे, जिहड़ा लैंदा थक पाए, वो थक पाए मतलब टायर्ड नहीं होता, थक पाए मीनस वो टिक जाता है, ਉਹਦਾ जीवन थिर कर बैसो वाला बन जाता है।